जिसे कि मैं हाथ जोड़े उन्होंने कि मैं अल्लाह के वास्ते मैनू छाड़ तो मैं हमला था। एक मेरे बच्चे ਦੇ ਉੱਤੇ ਪਿਸਟਲ ਲੈ ਕੇ ਖਲੋਤਾ ਸੀ, ਇੱਕ ਮੇਰੇ ਕੋਲ ਸੀ। तो ख़वातीन हज़रात, हम इस वक्त मौजूद हैं फ़िरोज़ वटवा के गांव 525 मक्की भी कहते हैं इसको, और यहाँ एक अलमनाक हादसा कहते हुए भी लफ्ज़ छोटा महसूस होता है, सानहा कहते हुए भी लफ्ज़ छोटा महसूस होता है। बर्बरियत की एक अजीब व गरीब दास्तान लिखी गई। 17 अगस्त को यहाँ एक वाक़या पेश आया डकैती का, और इस डकैती में घर की 2 ख़वातीन की आबरू रेज़ी भी की गई। तो मैं अगेन अपनी इन बहनों के पास मौजूद हूँ। एक बहन जिनके 4 साल के बेटे के सामने उनके साथ ये मुझे लफ्ज़ नहीं मिल रहा है कि मैं इनके सामने किन अल्फाज में अदायगी करूँ कि उस बर्बरियत, उस दरिंदगी की, उस वहशत ज़दगी की। एक मेरी बहन जो है वो 8 माह की हामिला है, और मिन्नतें करके, उनके पैर पड़ के, गिड़गिड़ा के उनसे दरख्वास्त की कि खुदा के वास्ते मेरी जान चली जाएगी, आप प्लीज़ इस बदबख्ती से दूर रहें। लेकिन उन्होंने शकीला हैं आप, अस्सलाम वालेकुम। असी लाहौरों आए टुर के तैनूं हौसला देने वास्ते, हिम्मत देने वास्ते। बाकी सारे कानून अपने तौर पर जो कर रहे हैं उसको कर रहे हैं। साडा फर्ज है कि तुहाडी आवाज़ भी पहुँचे उन्होंने लोगों तक जिहड़े फैसले करते हैं, जिन्हां दे हत्थ अल्लाह ने इख्तियार दिता है। तुसीं अगर हौसले नाल मेरी भैन रोया बगैर मैनूं तसल्ली नाल दस सको कि जो तुसीं दसना चाहो, जिहदे तुहानूं आसानी होवे। ਅਸੀਂ ਸੁੱਤੇ ਪਏ ਸਾਂ। ਪਹਿਲੀ ਮੰਜੀ ਜਿਹੜੀ ਸੀ ਉਹ ਮੇਰੀ ਦਰਾਣੀ ਦੀ ਸੀ, ਦੂਸਰੀ ਮੰਜੀ ਤੇ ਮੈਂ ਸਾਂ, ਤੀਸਰੀ ਮੰਜੀ ਤੇ ਮੇਰੇ ਬੱਚੇ ਸੀ, ਚੌਥੀ ਮੰਜੀ ਤੇ ਮੇਰੀ ਸੱਸ ਸੀ, ਮੇਰੀ ਨੰਦ ਸੀ, ਪੰਜਵੀਂ ਮੰਜੀ ਸੀ ਉੱਥੇ ਮੇਰੇ ਅੱਬੂ ਸੀ, ਨਾਲ ਮੇਰੇ ਦੇਵਰ ਸੀ। ਅਸੀਂ ਸੌਂਦੇ ਸਾਂ, ਸੁੱਤੇ ਪਏ ਸਾਂ। ਤਕਰੀਬਨ ਯਕਦਮ ਅੱਬੂ ਦੀ ਤਬੀਅਤ ਨਹੀਂ ਸੀ ਠੀਕ, ਅੱਬੂ ਨੂੰ ਬੁਖਾਰ ਸੀ ਤੇ ਅੱਬੂ ਹੁੰਗਦਾ ਸੀ, ਤੇ ਮੈਂ ਕਿਹਾ ਲੱਗਦਾ ਅੱਬੂ ਦੀ ਤਬੀਅਤ ਨਹੀਂ ਠੀਕ। ਅੱਬੂ ਹੁੰਗਿਆ ਜ਼ੋਰ ਦੀ, ਤੇ ਮੈਂ ਕਿਹਾ ਕੋਈ ਗੱਲ ਨਹੀਂ, ਅੱਬੂ ਦੀ ਤਬੀਅਤ ਖਰਾਬ ਹੈ। ਫਿਰ ਜਦ ਦੁਬਾਰਾ ਹੁੰਗਿਆ ਹੈ ਨਾ, ਤੇ ਯਕਦਮ ਅੱਬੂ ਉੱਠ ਕੇ ਬੈਠੇ ਨੇ, ਤੇ ਉਹਨਾਂ ਦੇ ਉੱਤੇ 3 ਬੰਦੇ ਖਲੋਤੇ ਨੇ। ਯਕਦਮ ਜਦੋਂ ਅੱਬੂ ਦੀ ਆਵਾਜ਼ ਜ਼ਿਆਦਾ ਨਿਕਲੀ ਨਾ, ਗਾਲਾਂ ਗੁਲਾਂ ਕੱਢਣ ਲੱਗ ਪਏ। ਮੈਂ ਉੱਠ ਕੇ ਬਹਿ ਗਈ ਹਾਂ। ਉੱਠ ਕੇ ਬਹਿਣ ਤੋਂ ਬਾਅਦ ਉਹਨਾਂ ਨੇ ਕਿਹਾ ਬੀਬੀ ਚੁੱਪ, ਇੱਕਦਮ ਚੁੱਪ, ਸ਼ੋਰ ਨਹੀਂ ਮਚਾਣਾ ਨਹੀਂ ਤੇ ਗੋਲੀ ਮਾਰ ਦੇਣੀ ਹੈ। ਉਹਨਾਂ ਨੇ ਠਾ ਕੇ ਨਾਲੇ ਵਿਚਲੇ ਕਮਰ ਦੀ ਕੁੰਡੀ ਖੋਲੀ ਹੈ ਤੇ ਉੱਥੇ ਲੈ ਗਏ ਨੇ। ਮੈਂ ਕਿਹਾ ਮੈਨੂੰ ਮੇਰੇ ਬੱਚੇ ਨੂੰ ਲੈ ਲੈਂਦੇ, ਸ਼ੋਰ ਮਚਾਏਗਾ, ਮੈਨੂੰ ਕੋਈ ਨੁਕਸਾਨ ਹੋਏਗਾ। ਬੱਚਾ ਇੱਕੋ ਲੈਣ ਦਿੱਤਾ, ਮੇਰੀ ਬੱਚੀ ਵੀ ਬਾਹਰ ਰਹੀ ਹੈ। ਮੇਰਾ ਬੱਚਾ ਇੱਕ ਬਾਹਰ ਰਿਹਾ ਤੇ ਇੱਕ ਮੇਰਾ ਬੱਚਾ ਮਦਰਸੇ ਜਾਂਦਾ, ਉਹ ਮਦਰਸੇ ਸੀ, ਉਹ ਇੱਕ ਕਮਰੇ 'ਚ ਲੈ ਗਏ ਨੇ। ਉੱਥੇ ਅੱਬੂ ਮਿੰਨਤਾਂ ਥੱਲੇ ਕਰਨ ਲੱਗ ਪਿਆ, ਰੋਣ ਲੱਗ ਪਿਆ ਕਿ ਸਾਨੂੰ ਕੁਛ ਨਾ ਕਹੋ, ਤੇਰਾ ਤੁਸੀਂ ਆਪਣਾ ਕੰਮ ਕਰਨ ਵਾਲੇ ਹੋ ਲੈ ਆਇਓ। ਅੱਬੂ ਨੂੰ ਮਾਰਿਆ, ਮੇਰੇ ਦਿਓਰ ਨੂੰ ਮਾਰਿਆ। ਉਸ ਤੋਂ ਬਾਅਦ ਸਾਨੂੰ ਆਵਾਜ਼ਾਂ ਦਿੰਦੇ ਰਹੇ ਆਓ। ਮੈਂ ਕਿਹਾ ਮੈਂ ਨਹੀਂ ਆਉਣਾ, ਮੈਂ ਨਹੀਂ ਆਉਣਾ। ਫਿਰ ਮੇਰੀ ਦਰਾਨੀ ਨੂੰ ਕਹਿੰਦੇ ਆਓ ਨਹੀਂ ਤਾਂ ਗੋਲੀ ਮਾਰ ਦੇਣੀ। ਮੇਰੀ ਦਰਾਨੀ ਆਈ ਹੈ, ਉਹਦੇ ਨਾਲ ਉਹਨਾਂ ਨੇ ਕਾਇਨਾਤ ਨਾਲ ਬਦਤਮੀਜ਼ੀ ਕੀਤੀ। ਉਸ ਤੋਂ ਬਾਅਦ ਉਹਦੇ ਮੂੰਹ ਥੱਪੜ ਮਾਰੇ ਨੇ, ਕੱਪੜੇ ਉਤਾਰੇ ਨੇ, ਉਹਨੇ ਤਰਲਾ ਮਿੰਨਤ ਕੀਤੀ ਹੈ ਮੈਂ ਨਾਨੇ ਦਾ ਇਸ ਹਾਲ ਦੇ ਵਿੱਚ ਨਹੀਂ ਹੈ, ਤੁਹਾਡੀ ਮਿਹਰਬਾਨੀ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਆਵਾਜ਼ ਦਿੱਤੀ ਹੈ, ਮੈਂ ਇਕੱਲੀ ਨਹੀਂ ਆਉਣ ਦਈ। ਮੈਂ ਕਿਹਾ ਮੈਂ ਨਹੀਂ ਆਉਣਾ। ਕਹਿੰਦਾ ਜੇ ਤੂੰ ਨਾ ਆਈ ਤੇਰੇ ਬੱਚੇ ਨੂੰ ਮਾਰ ਦੇਣਾ। ਉੱਥੋਂ ਮੈਂ ਕਾਇਨਾਤ ਨਾਲ ਆਈ ਹਾਂ, ਇੱਥੇ ਆ ਕੇ ਉਹਨਾਂ ਨੇ ਮੈਨੂੰ ਬਿਠਾ ਲਿਆ। ਉਹਨਾਂ ਨੇ ਮੈਨੂੰ ਕੰਧ ਵੱਲ ਮੂੰਹ ਕਰਤਾ, ਬੱਚਾ ਮੇਰੇ ਕੋਲ। ਕਹਿੰਦਾ ਜੋ ਕੁਛ ਹੈ ਦੇ ਦੇ। ਮੈਂ ਕਿਹਾ ਸਾਡੇ ਕੋਲ ਕੁਛ ਨਹੀਂ, ਅਸੀਂ ਗਰੀਬ ਆ, ਮਸਕੀਨ ਆ, ਨਿੱਕੇ ਨਿੱਕੇ ਸਾਡੇ ਬੱਚੇ ਨੇ, ਸਾਡੇ ਕੋਲ ਕੁਛ ਨਹੀਂ, ਅਸੀਂ ਮਿਹਨਤ ਮੁਸ਼ੱਕਤ ਕਰਕੇ ਉਹ ਖਾਈਦਾ, ਸਾਡੇ ਕੋਲ ਕੁਛ ਨਹੀਂ ਹੈਗਾ। 2000 ਰੁਪਇਆ ਮੇਰੇ ਕੋਲ ਸੀ, 2500 ਰੁਪਇਆ ਲੈਦਾ ਸੀ, ਉਹ ਦੇ ਦਿੱਤਾ। 3000 ਰੁਪਇਆ ਮੇਰੀ ਦਰਾਨੀ ਕੋਲ ਸੀ, ਉਹ ਇੱਥੇ ਪਿਆ ਸੀ, ਉਹ ਦਿੱਤਾ। ਕੁਛ ਅੱਬੂ ਕੋ 2500 ਰੁਪਇਆ ਉਹ ਦਿੱਤਾ। ਬਾਕੀ ਪੈਸੇ ਉਹਨਾਂ ਨੇ ਫੋਲਾ ਫੁਲਾਈ ਆਪੇ ਕੀਤੀ। ਕਰਨ ਤੋਂ ਬਾਅਦ ਉੱਥੋਂ ਪੈਸੇ ਕੱਢ ਲੈਣੇ, ਕਰਨ ਤੋਂ ਪੈਸੇ ਕੱਢੇ ਨੇ, ਮੈਨੂੰ ਪੱਲੇ ਕਮਰੇ 'ਚ ਲੈ ਗਏ ਨੇ, ਨਾਲ ਮੇਰਾ ਬੱਚਾ ਹੈ। ਉੱਥੇ ਜਾ ਕੇ ਮੇਰੇ ਨਾਲ ਜ਼ਾਤੀ ਕੀਤੀ ਹੈ, ਮੇਰੇ ਬੱਚੇ ਦੇ ਸਾਹਮਣੇ ਕੀਤੀ ਹੈ। ਪਹਿਲਾਂ ਮੇਰੇ ਉਹਨਾਂ ਨੇ ਬਾਹਾਂ ਭਰੀਆਂ ਨੇ, ਕਰਦਾ ਰਿਹਾ, ਮੈਂ ਧੱਕਾ ਦਿੱਤਾ, ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਕਿਹਾ ਤੇਰੇ ਬੱਚੇ ਨੂੰ ਗੋਲੀ ਮਾਰ ਦਾਂਗਾ ਜੇ ਤੂੰ ਕੁਛ ਇਹੋ ਜਿਹੀ ਕੀਤੀ। ਇੱਕ ਮੇਰੇ ਬੱਚੇ ਦੇ ਉੱਤੇ ਪਿਸਟਲ ਲੈ ਕੇ ਖਲੋਤਾ ਸੀ, ਇੱਕ ਮੇਰੇ ਕੋਲ ਸੀ।
ਜਾਣਦੇ ਸੋ ਉਹਨਾਂ ਨੂੰ ਪਿੰਡ ਦੇ ਲੋਕੀ ਸੀ? ਅਸੀਂ ਜਾਣਦੇ ਜਦੋਂ ਚੱਲਣ ਬੱਤੀਆਂ ਬਲਦੀਆਂ ਦੇ ਵਿੱਚ ਕੀਤੀ। ਫਿਰ ਜਦੋਂ ਚੱਲੇ ਨਾ ਬਾਹਰ ਨਿਕਲਣ ਕੇ ਪਤਾ ਨਹੀਂ ਉਹਦੇ ਦਿਲ 'ਚ ਕੀ ਆਇਆ ਤੇ ਕੀ ਨਹੀਂ ਆਇਆ। ਕਹਿੰਦਾ ਉਹਨੇ ਮੂੰਹ ਤੋਂ ਮਰਾਸਾ ਲਾਇਆ ਏਦਾਂ ਕਰਕੇ, ਕਹਿੰਦਾ ਮੇਰਾ ਨਾਮ ਅਬਦੁਰਰਹਿਮਾਨ ਆ। ਫਿਰ ਉਹਨੇ ਮੂੰਹ ਵਲੇਟ ਲਿਆ ਤੇ ਇੰਨੀ ਦੇਰ ਨੂੰ ਅਸੀਂ ਬਾਹਰ ਆਏ ਨੇ। ਬਸ ਅੱਲਾਹ ਤਾਲਾ ਤੁਹਾਨੂੰ ਹੋਰ ਹਿੰਮਤ ਦੇਵੇ ਔਰ ਅੱਲਾਹ ਤਾਲਾ ਜਿਹੜੇ ਬਦਬਖਤਾਂ ਨੇ ਬੇਗੈਰਤਾਂ ਨੇ ਹਰਕਤ ਕੀਤੀ ਅੱਲਾਹ ਨੂੰ ਅੰਜਾਮ ਤੱਕ ਪਹੁੰਚਾਇਆ। ਇੰਸ਼ਾਅੱਲਾ ਅਸੀਂ ਆਪਣੇ ਤੌਰ ਤੇ ਕੋਸ਼ਿਸ਼ ਕਰਾਂਗੇ ਜਿੰਨੀ ਆਵਾਜ਼ ਚੁੱਕ ਸਕਦੇ ਹਾਂ ਤੁਹਾਡੀ ਇੰਸ਼ਾਅੱਲਾ। ਮੇਰੇ ਬੱਚੇ ਦੇ ਸਾਹਮਣੇ ਹੋਇਆ ਸਾਰਾ ਕੁਝ, ਮੇਰੇ ਕੋਲ ਨਹੀਂ ਬਰਦਾਸ਼ਤ ਹੁੰਦਾ ਤੇ ਮੇਰੇ ਬੱਚੇ ਉਸ ਰੋਤ ਤੇ ਨਹੀਂ ਆ ਰਹੇ। ਮੈਂ ਭਾਈ ਦੀ ਸਹਿਣ ਚ ਕਿ ਮੈਂ ਹੱਥ ਜੋੜੇ ਉਹਨਾਂ ਦੇ ਅੱਗੇ, ਮੈਂ ਕਿਹਾ ਅੱਲਾਹ ਦੇ ਵਾਸਤੇ ਮੈਨੂੰ ਛੱਡ ਦੋ, ਮੈਂ ਹਮਲਾ ਤਾਂ ਮੇਰੇ ਨਾਲ ਜ਼ਾਤੀ ਨਾ ਕਰੋ। ਉਹਨਾਂ ਨੇ ਮੇਰੇ ਮੂੰਹ ਤੇ ਥੱਪੜ ਮਾਰ ਕੇ ਮੈਨੂੰ ਸੈਰ ਤੇ ਕਰ ਦਿੱਤਾ। ਫਿਰ ਮੇਰੀ ਜਠਾਣੀ ਨੂੰ ਲਿਆਂਦਾ। ਤੁਹਾਡੇ ਅੱਗੇ ਵੀ ਇਤਜਾ ਕਰਦੇ, ਮਿਹਰਬਾਨੀ ਕਰਦੇ, ਸਾਨੂੰ ਇਨਸਾਫ ਚਾਹੀਦਾ। ਅਸੀਂ ਤੁਹਾਡੀ ਖਾਤਰ ਟੁਰ ਕੇ ਆਏ ਹਾਂ ਇੱਥੋਂ ਤੱਕ ਫਿਰੋਜ਼ ਬਟਵਾ ਤੱਕ ਇੰਸ਼ਾਅੱਲਾ। ਤੇ ਜਦੋਂ ਸਾਡੀ ਸਾਡੇ ਜ਼ਰੂਰਤ ਕੋਲ ਵਕੀਲ ਹੋਏਗੀ, ਕਰਨ ਦੀ ਗੁੰਜਾਇਸ਼ ਨਹੀਂ ਹੈ। ਅੱਲਾਹ ਸਭ ਤੋਂ ਵੱਡਾ ਵਕੀਲ ਹੈ ਜਿਹਨੇ ਸਾਨੂੰ ਭੇਜਿਆ ਹੈ ਤੇ ਅੱਲਾਹ ਖੈਰ ਕਰੇਗਾ ਇੰਸ਼ਾਅੱਲਾ। मेरी आगे भी मेरी गुजारिश है, उम्र का तकाजा भी है। मैं किथे किथे धक्के खा बच्चियां ने वडेरी मेरी वालदा है कि मेरी बच्ची बीमार है, उनकी शादी की थी, उन्हें फैसला हो गया। ठीक है ना, हिम्मत रखनी है, हौसला रखना है बस। हाँ तो जनाब मैं ज़्यादा कुछ अर्ज़ नहीं करूँगा। मैंने कोशिश ये की है कि मैं यहाँ पे सवाल भी ना करूँ, लेकिन जो भी दास्तान थी वो आपने ख़ुद अपने कानों से सुनी, अपने आँखों से देखा, मेरी बहन के भीगते हुए दुपट्टे को भी देखा। यहाँ फ़िरोज़ वटवा में हम इनसे इज़हार यकजहती के लिए भी आए, इसलिए भी आए कि इनको यकीन दिलाया जा सके कि इंशाअल्लाह इंसाफ की फराहमी तक बतौर इदारा ARY, बतौर टीम सरेआम, प्रोग्राम सरेआम और इनफरादी तौर पर इकरारुल हसन इंशाअल्लाह जो मुमकिन हो सकेगा इनकी मदद करने के लिए तैयार है। निकलते हुए उन्होंने कहा कि हमारे पास तो वकील करने की भी इस्तात नहीं है, तो इंशाअल्लाह जो कुछ भी कानूनी तौर पर मामलत हो सकेगी। लेकिन इस वाक़े के हवाले से मैं कोई बात नहीं कहूँगा, कोई जुमला नहीं, कोई कॉमेंट नहीं। मैं ये मामला इन लोगों ने अल्लाह के सुपुर्द किया और ज़ाहिर है मैं भी अल्लाह ताला के सुपुर्द करने के बाद ये मामला आप लोगों के सुपुर्द करता हूँ। आप नतीजा अख़ज़ कीजिए कि बहैसियत कौम हम इस वक्त कहाँ खड़े हैं।